ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਤੇ ਲੁਕਮਾ ਸੱਚ। ਗੱਲਬਾਤ ਕਰਾਂਗੇ ਕਿ ਥੋੜੇ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਬਾਕੀ ਆਮ ਆਦਮੀ ਪਾਰਟੀ ਦੇ तमाम ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਤਾਰੀਫ ਕਰਦੇ नहीं सी थकते, हुण उन्हां नूं अचानक की हो गया कि नवजोत सिंह सिद्धू के उपर इल्जाम लगाउण लग पे ने। इस पूरे मामले ते गलबात करांगे कि आप दा ये दोहरा चेहरा जिहड़ा सामने किस तरीके दे नाल आ रहा है, क्यों नवजोत सिंह सिद्धू के निशाने ते ने, आप आम आदमी पार्टी के निशाने ते ने नवजोत सिंह सिद्धू। ये पूरी खबर ते विचार चर्चा करांगे कि नवजोत सिंह सिद्धू आम आदमी पार्टी ज्वाइन नहीं कर सके इस करके निशाने ते ने, ਜਾਂ ਫਿਰ ਕੋਈ ਮਾਮਲਾ ਕੁਝ ਹੋ ਰਿਹਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਨਾਲ ਇੱਕ ਵਾਰੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਮੇਨ ਜਿਹੜੇ ਪਹਿਲਾਂ ਜਿਨ੍ਹਾਂ ਦੀ ਸਰਕਾਰ ਸੀ ਉਹ ਬਾਦਲ ਪਰਿਵਾਰ ਸੀ, ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਨਵਜੋਤ ਸਿੰਘ ਸਿੱਧੂ ਨੇ। ਕੁਝ ਦੇਰ ਪਹਿਲਾਂ ਤਾਰੀਫ ਕਰਦੇ ਸੀ ਤੇ ਹੁਣ ਨਿਸ਼ਾਨੇ ਤੇ ਸਿੱਧੂ ਨੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਤੇ। बहुत बहुत धन्यवाद जी। अणखी जी, गल की है ये दोगला चेहरा एक एक करके पार्टियां दा सामने आई जा रहा है। ਜਿਹੜੇ ਕਹਿੰਦੇ ਸੀ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰਨੀ, ਜਿਹੜੇ ਕਹਿੰਦੇ ਸੀ ਅਸੀਂ ਇਲਜ਼ਾਮਾਂ ਦੀ ਰਾਜਨੀਤੀ ਨਹੀਂ ਕਰਨੀ, ਜਿਹੜੇ ਕਹਿੰਦੇ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਕਰਨੀ ਹੈ, ਜਿਹੜੇ ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਤਾਂ ਇਮਾਨਦਾਰੀ ਬੜਾ ਹੈ, ਅੱਜ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਕਰਪਟ ਲੱਗਣ ਲੱਗ ਪਿਆ। ਕੀ ਗੱਲ ਹੋਊ? ਸੁਖਵਿੰਦਰ ਜੀ, ਜਿਹੜੀ ਅਸਲ ਗੱਲ ਹੈਗੀ ਆ, ਨਵਜੋਤ ਸਿੱਧੂ जो पहला सी वो अज है, ਉਹਦੇ ਵਿੱਚ ਕੋਈ ਉਹਦੀ ਪਰਸਨੈਲਿਟੀ ਦੀ ਜਾਂ ਉਸਦੀ ਸ਼ਖਸੀਅਤ ਦੇ ਵਿੱਚ ਕੋਈ ਅਜਿਹਾ ਫਰਕ ਨਹੀਂ ਆਇਆ ਕਿ ਉਹ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਆ ਗਿਆ। ਫਰਕ ਸਿਰਫ ਇਸ ਕਰਕੇ ਆਇਆ ਕਿ ਸੁਖਵਿੰਦਰ ਜੀ ਇਸ ਵੇਲੇ ਉਹ ਕਾਂਗਰਸ ਪਾਰਟੀ ਦਾ ਪ੍ਰਧਾਨ, ਪੰਜਾਬ ਸੂਬਾ ਕਾਂਗਰਸ ਦਾ ਪ੍ਰਧਾਨ ਆ, ਔਰ ਜਿਸ ਦਿਨ ਦਾ ਉਸਨੇ ਪ੍ਰਧਾਨਗੀ ਪਦ ਸੰਭਾਲਿਆ ਔਰ ਜਿਸ ਤਰੀਕੇ ਨਾਲ ਉਹਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਮੁਹਿੰਮ ਜਿਹੜੀ ਉਹ ਸ਼ੁਰੂ ਕੀਤੀ ਜਾ ਚੁੱਕੀ ਆ, ਉਹਦੇ ਨਾਲ ਕਾਂਗਰਸ ਦੀ ਜਿਹੜੀ ਪਿਛਲੀ ਸਥਿਤੀ ਆ ਉਹ ਨਿਤ ਪ੍ਰਤੀ ਦਿਨ ਬਦਲ ਰਹੀ ਆ, ਜਿਸ ਕਰਕੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਉਸ ਦੇ ਪ੍ਰਤੀ ਇੱਕ ਅਸੰਤੋਸ਼ ਆਉਣਾ ਉਹ ਸੁਭਾਵਿਕ ਹੈਗਾ। ਕਿਉਂਕਿ ਜਿੰਨਾ ਚਿਰ ਤੱਕ ਤਾਂ ਨਵਜੋਤ ਸਿੱਧੂ ਇੱਕ ਸਧਾਰਨ ਐਮਐਲਏ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਬਤੌਰ ਵਿਰੋਧੀ ਹੀ, ਉਸ ਵਕਤ ਤਾਂ ਉਹ ਆਮ ਆਦਮੀ ਪਾਰਟੀ ਨੂੰ ਵੀ ਬਹੁਤ ਚੰਗਾ ਲੱਗਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਚੰਗਾ ਲੱਗਦਾ ਰਿਹਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਉਹ ਹਮੇਸ਼ਾ ਹੀ ਨਿਸ਼ਾਨੇ ਤੇ ਨਵਜੋਤ ਸਿੱਧੂ ਹੋਣੀ ਰਹੇ ਨੇ, ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਇਹ ਬੜੀ ਚਾਹਤ ਸੀ ਕਿ ਕਿਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਔਰ ਨਵਜੋਤ ਸਿੱਧੂ ਦਾ ਵਾਦ ਵਿਵਾਦ ਕੇ ਸਿਰੇ ਨਾ ਲੱਗੇ ਤਾਂ ਨਵਜੋਤ ਸਿੱਧੂ ਪਾਰਟੀ ਛੱਡ ਕੇ ਸਾਡੇ ਵਿੱਚ ਆ ਜਾਣ। ਅਖੀਰ ਦੇ ਸਮੇਂ ਤੱਕ ਆਮ ਆਦਮੀ ਪਾਰਟੀ ਵੱਲੋਂ ਬੜਾ ਇੰਤਜ਼ਾਰ ਜਿਹੜਾ ਉਹ ਕੀਤਾ ਗਿਆ। ਇਵਨ ਕਿ ਅਰਵਿੰਦ ਕੇਜਰੀਵਾਲ ਜਦੋਂ ਚੰਡੀਗੜ੍ਹ ਆਏ ਤਾਂ ਉਦੋਂ ਵੀ ਉਹਨਾਂ ਨੇ ਨਵਜੋਤ ਸਿੱਧੂ ਦੇ ਪ੍ਰਤੀ ਬੜਾ ਜਿਹੜਾ ਸਾਫ਼ ਕੰਮ ਜਿਹੜਾ ਵਿਖਾਈ ਦਿੱਤਾ। ਜਦੋਂ ਅਖੀਰ ਉਸ ਬੰਦੇ ਨੇ ਆਪਣੀ ਪਾਰਟੀ ਨਹੀਂ ਛੱਡੀ, ਲੋਕ ਮੁੱਦਿਆਂ ਤੇ ਗੱਲ ਕਰਦੇ ਆ, ਇਹੋ ਜਿਹੀ ਸਥਿਤੀ ਜਿਹੜੀ ਉਹਨੇ ਬੈਕਫੁੱਟ ਤੇ ਜਿਹੜੀ ਕਾਂਗਰਸ ਪਾਰਟੀ ਜਾ ਰਹੀ ਸੀ, ਕਾਂਗਰਸ ਪਾਰਟੀ ਦੇ ਵਿੱਚ ਉਹਨੇ ਇੱਕ ਨਵੀਂ ਰੂਹ ਜਿਹੜੀ ਆ ਉਹ ਜਿਹੜੀ ਫੂਕ ਦਿੱਤੀ। ਤਾਂ ਜਦੋਂ ਉਹ ਨਵੀਂ ਰੂਹ ਆਈ ਤਾਂ ਅੱਜ ਦੀ ਤਰੀਕ 'ਚ ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਉਹਦੀ ਜਿਹੜੀ ਕਾਰਜਸ਼ੈਲੀ ਆ ਉਹ ਪਾਰਟੀ ਨੂੰ ਕਿਸ ਤਰੀਕੇ ਨਾਲ ਉਹ ਮਜ਼ਬੂਤ ਕਰ ਰਿਹਾ, ਇਹੋ ਜਿਹੀ ਜਿਹੜੀ ਕਾਰਜਸ਼ੈਲੀ ਆ ਪਿਛਲੇ 4.5 ਸਾਲ ਦੌਰਾਨ ਕਦੇ ਵੀ ਕਿਸੇ ਪਾਰਟੀ ਨੇ ਨਹੀਂ ਦਿਖਾਈ। ਤੁਸੀਂ ਕੱਲੀ ਅਗਰ ਪਾਰਟੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੀ ਤਕਨੀਕੀ ਤੌਰ ਤੇ ਮੁੱਖ ਵਿਰੋਧੀ ਪਾਰਟੀ ਆ ਆਮ ਆਦਮੀ ਪਾਰਟੀ, ਜਿਹਨਾਂ ਵੱਲੋਂ ਤੁਸੀਂ ਗੱਲ ਕਰ ਰਹੇ ਜੇ, ਜਿਹੜਾ ਨਵਜੋਤ ਸਿੱਧੂ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੇ ਆ, ਉਹਨਾਂ ਕੋਲ ਤਾਂ 22 ਐਮਐਲਏ ਜਿਹੜੇ ਉਹ ਹੀ ਨਹੀਂ ਸਾਂਭੇਗੇ, ਉਹ 3 ਕਿਸੇ ਬੰਨੇ ਚਲੇ ਗਏ, ਬਾਕੀ ਕਿਸੇ ਬੰਨੇ ਚਲੇ ਗਏ, ਬਾਕੀ ਕਿਸੇ ਬੰਨੇ ਚਲੇ ਗਏ। ਤਾਂ ਜਿਸ ਤਰੀਕੇ ਨਾਲ ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਓ, ਸ਼੍ਰੋਮਣੀ ਅਕਾਲੀ ਦਲ ਦਾ ਵੀ ਜਿਹੜਾ ਉਹ ਢਾਂਚਾ ਪੂਰੀ ਤਰ੍ਹਾਂ ਵਿਗੜਿਆ। ਕਿੰਨੇ ਸੀਨੀਅਰ ਲੀਡਰ ਜਿਹੜੇ ਉਹ ਬਾਹਰ ਚਲੇ ਗਏ। ਕਾਂਗਰਸ ਪਾਰਟੀ ਦੇ ਵਿੱਚ ਲੀਡਰ ਤਾਂ ਕੋਈ ਬਾਹਰ ਨਹੀਂ ਗਿਆ, ਪਰ ਅਸੰਤੋਸ਼ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕਾਰਜਸ਼ੈਲੀ ਦੇ ਪ੍ਰਤੀ ਬਹੁਤ ਜ਼ਿਆਦਾ ਸੀ। ਪਰ ਨਵਜੋਤ ਸਿੱਧੂ ਨੇ ਆਣ ਕੇ ਇੱਕਦਮ ਹੀ ਅਜਿਹਾ ਪਲਟਾ ਮਾਰਿਆ ਕਿ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਪਰੇਸ਼ਾਨ ਹੋ ਗਈਆਂ, ਕਿਉਂਕਿ ਅੱਜ ਦੀ ਮਿਤੀ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਥਿਤੀ ਬਣਦੀ ਜਾ ਰਹੀ ਆ ਔਰ ਜਿਸ ਤਰੀਕੇ ਨਾਲ ਵਰਕਰ ਔਰ ਸਮਰਥਕ ਉਹਦੇ ਨਾਲ ਜੁੜਦਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੁਣੀ ਕੰਮ ਕਰ ਰਹੇ ਨੇ ਅਖੌਤੇ ਕਹਿਣ ਅਨੁਸਾਰ, ਔਰ ਨਵਜੋਤ ਸਿੱਧੂ ਜਿਸ ਤਰੀਕੇ ਨਾਲ ਦਬਾਅ ਜਿਹੜਾ ਪਾ ਰਿਹਾ, ਕੁਦਰਤੀ ਤੌਰ ਤੇ ਕਾਂਗਰਸ ਦੀ ਜਿਹੜੀ ਸਥਿਤੀ ਆ ਦਿਨ ਬ ਦਿਨ ਜਿਹੜੀ ਆ ਉਹ ਬਦਲਦੀ ਪਈ ਆ। ਤਾਂ ਇਸ ਕਰਕੇ ਬਦਲਣ ਸਥਿਤੀ ਦੇ ਕਾਰਨ ਇਹਦਾ ਕਾਰਨ ਜਿਹੜਾ ਮੁੱਖ ਕਾਰਨ ਨਵਜੋਤ ਸਿੱਧੂ ਦਾ ਜਿਹੜਾ ਢੰਗ ਤਰੀਕਾ, ਜਿਸ ਤਰੀਕੇ ਨਾਲ ਹਰ ਜ਼ਿਲ੍ਹੇ ਵਿੱਚ ਹਰ ਸ਼ਹਿਰ ਵਿੱਚ ਜਾ ਕੇ ਨਿਤ ਪ੍ਰਤੀ ਦਿਨ
ਉਹ ਮੀਟਿੰਗਾਂ ਕਰ ਰਹੇ ਆ, ਤਾਂ ਕੁਦਰਤੀ ਤੌਰ ਤੇ ਫਿਰ ਆਮ ਆਦਮੀ ਪਾਰਟੀ ਨੂੰ ਤਾਂ ਅਜਿਹੀਆਂ ਗੱਲਾਂ, ਅਜਿਹਾ ਫਿਕਰ, ਅਜਿਹਾ ਚਿੰਤਾ ਆਉਣੀ ਸੀ, ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਕੁਝ ਟੀਵੀਆਂ ਤੇ ਚੋਣ ਸਰਵੇਖਣ ਆਏ ਸਨ, ਜਿਨ੍ਹਾਂ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਅਗਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣਾ ਜੂਗੀ। ਤਾਂ ਉਹ ਸੁਪਨੇ ਜਿਹੜੇ, ਕਿਉਂਕਿ ਉਸ ਵਕਤ ਕਾਂਗਰਸ ਦੀ ਜਿਹੜੀ ਸਥਿਤੀ ਕੁਝ ਹੋਰ ਤਰ੍ਹਾਂ ਦੀ ਸੀ। ਹੁਣ ਨਵਜੋਤ ਸਿੱਧੂ ਦੇ ਆਉਂਦੀਆਂ ਸਥਿਤੀਆਂ ਤੇ ਪ੍ਰਸਥਿਤੀਆਂ, ਧਿਆਨ ਰੱਖਣਾ, ਸਥਿਤੀਆਂ ਤੇ ਪ੍ਰਸਥਿਤੀਆਂ ਦੋਵੇਂ ਬਦਲ ਰਹੀਆਂ ਨੇ। ਤਾਂ ਫਿਰ ਜਿਹੜੀਆਂ ਪ੍ਰਸਥਿਤੀਆਂ ਜਿਹੜੀਆਂ ਹੁੰਦੀਆਂ ਨੇ ਦੁਸ਼ਮਣਾਂ ਵਾਸਤੇ ਹੁੰਦੀਆਂ, ਸਥਿਤੀਆਂ ਜਿਹੜੀਆਂ ਆਪਣੇ ਵਾਸਤੇ ਹੁੰਦੀਆਂ। ਤਾਂ ਨਵਜੋਤ ਸਿੱਧੂ ਦੀ ਜਿਹੜੀਆਂ ਸਥਿਤੀਆਂ ਆਪਣੀ ਪਾਰਟੀ 'ਚ ਵੀ ਬਦਲੀਆਂ ਤੇ ਪ੍ਰਸਥਿਤੀਆਂ ਦੁਸ਼ਮਣਾਂ ਦੇ ਸੰਦਰਭ ਦੇ ਵਿੱਚ ਵੀ ਬਦਲੀਆਂ। ਸੋ ਇਸ ਕਰਕੇ ਨਵਜੋਤ ਸਿੱਧੂ ਇਸ ਵੇਲੇ ਮੁੱਖ ਵਿਰੋਧੀ ਪਾਰਟੀ ਜਿਹੜਾ ਮੁੱਖ ਵਿਰੋਧੀ ਲੀਡਰ ਆ ਹਰਪਾਲ ਸਿੰਘ ਚੀਮਾ ਦੇ ਟਾਰਗੇਟ ਤੇ ਨੇ, ਨਿਸ਼ਾਨੇ ਤੇ ਨੇ। ਤੇ ਚੀਮੇ ਦੋ ਨੇ, ਕੱਲ ਦਲਜੀਤ ਸਿੰਘ ਚੀਮਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਉਹਨਾਂ ਨੇ ਨਵਜੋਤ ਸਿੱਧੂ ਨੂੰ ਉਹਨਾਂ ਨੇ ਬੁਲਾਰੇ ਤੇ ਲਿਆ। ਦੋਵੇਂ ਚੀਮੇ ਜਿਹੜੇ ਨੇ ਉਹ ਲੜ ਗਏ ਨੇ। ਪਰ ਸੁਖਵਿੰਦਰ ਜੀ, ਇੱਕ ਗੱਲ ਆਪਾਂ ਜ਼ਰੂਰ ਕਰ ਲਈਏ ਕਿ ਜੋ ਵੀ ਕੁਝ ਵਾਪਰਦਾ ਪਿਆ, ਇਸ ਵਾਪਰਨ ਦਾ ਕਾਰਨ ਕੇਵਲ ਇਹ ਆ ਕਿ ਨਵਜੋਤ ਸਿੱਧੂ ਵੱਲੋਂ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਜਥੇਬੰਦਕ ਤੌਰ ਤੇ ਸੰਗਠਿਤ ਕੀਤਾ ਜਾ ਰਿਹਾ ਜਾਂ ਉਸ ਨੂੰ ਮਜ਼ਬੂਤ ਕੀਤਾ ਜਾ ਰਿਹਾ, ਉਹ ਜਿਹੜੀ ਸਥਿਤੀ ਆ ਉਹ ਵਿਰੋਧੀਆਂ ਕੋਲ ਪਹੁੰਚਾਈ ਨਹੀਂ ਜਾ ਰਹੀ, ਜਿਸ ਕਾਰਨ ਅਜਿਹੇ ਜਿਹੜੇ ਐਲੀਗੇਸ਼ਨ ਜਿਹੜੇ ਨੇ ਉਹ ਲੱਗਣੇ ਸ਼ੁਰੂ ਹੋ ਗਏ ਨੇ। ਵੇਖੋ, ਇੱਕ ਗੱਲ ਮੇਰੀ ਸੁਣਨਾ ਤੁਸੀਂ, ਕਿ ਅਗਰ ਵੇਖਿਆ ਜਾਵੇ ਤਾਂ ਨਵਜੋਤ ਸਿੱਧੂ ਕੋਲ ਕੋਈ ਵੀ ਪ੍ਰਸ਼ਾਸਨਿਕ ਜਾਂ ਅਧਿਕਾਰ ਜਿਹੜਾ ਉਹ ਨਹੀਂ ਹੈਗਾ, ਕੋਈ ਵੀ। ਉਹ ਕੇਵਲ ਇੱਕ ਸਧਾਰਨ ਐਮਐਲਏ ਜਿੰਨੀ ਉਹ ਪਾਵਰ, ਜਿੰਨੀ ਆਮ ਐਮਐਲਏ ਦੀ ਪਾਵਰ ਆ, ਉਨੀ ਉਹਦੀ ਪਾਵਰ ਹੈਗੀ ਆ। ਪਰ ਇਸ ਸਭ ਦੇ ਬਾਵਜੂਦ 117 ਜੇਕਰ ਕਾਂਗਰਸ ਦੇ ਹੀ ਐਮਐਲਏ ਗਿਣੀ ਤਾਂ 80 ਬਣਦੇ ਨੇ। 80 ਐਮਐਲਏ ਦੇ ਵਿੱਚੋਂ ਉਹ ਵੀ ਇੱਕ ਹੈਗਾ। ਪਰ ਇਹ ਸਭ ਦੇ ਬਾਵਜੂਦ ਜੇਕਰ ਵਿਰੋਧੀ ਪਾਰਟੀਆਂ ਦੇ ਉਹ ਨਿਸ਼ਾਨੇ ਤੇ ਆ ਗਿਆ, ਇਸ ਦਾ ਮਤਲਬ ਇਹ ਹੈ ਕਿ ਨਵਜੋਤ ਸਿੱਧੂ ਆ, ਉਹਦੇ ਕੰਮ ਜਿਹੜੇ ਨੇ, ਕੰਮ ਉਹਨੂੰ ਦੁਸ਼ਮਣਾਂ ਦੇ ਰਡਾਰ ਤੇ ਲਿਆ ਰਹੇ ਨੇ। ਇਹ ਉਹਦੇ ਜੇ ਉਹ ਕੁਝ ਉਹਦੀ ਆਲੋਚਨਾ ਹੋ ਰਹੀ ਹੈ, ਨਵਜੋਤ ਸਿੱਧੂ ਦੀ ਆਲੋਚਨਾ ਨਹੀਂ ਹੋ ਰਹੀ, ਬਲਕਿ ਵਿਰੋਧੀਆਂ ਪਾਰਟੀਆਂ ਦੇ ਜਿਹੜਾ ਆਪਣਾ ਡਰ ਆ, ਉਹੀ ਇੱਕ ਖੌਫ ਉਹਦੇ ਸੰਦਰਭ ਦੇ ਵਿੱਚ ਇੱਕ ਗੱਲ ਚੇਤੇ ਆ ਇੰਟਰਵਿਊ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਹੀ ਸੀ, ਕਹਿੰਦੇ ਸੀ ਕਿ ਜਿੱਦਣ ਮੈਂ ਬਾਹਰ ਨਿਕਲਿਆ ਤਾਂ ਇਹਨਾਂ ਸਾਰਿਆਂ ਨੇ ਇਕੱਠੇ ਹੋ ਜਾਣਾ, ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਆ, ਚਾਹੇ ਸਾਡੇ ਕੁਝ ਆਪਣੇ ਹੋਣ, ਤੇ ਚਾਹੇ ਉਹ ਅਕਾਲੀ ਦਲ ਵਾਲੇ ਹੋਣ, ਚਾਹੇ ਬੀਜੇਪੀ ਵਾਲੇ ਹੋਣ। ਉਹੀ ਗੱਲ ਹੋਈ। ਹੁਣ ਜਿਹੜੀ ਆਪ ਹੈ, ਉਹ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪਹਿਲਾਂ ਤਾਂ ਤਾਰੀਫਾਂ ਕਰਦੀਆਂ ਨਹੀਂ ਥੱਕਦੀ ਸੀ ਨਵਜੋਤ ਸਿੰਘ ਸਿੱਧੂ ਦੀ, ਤੇ ਹੁਣ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਮਾੜਾ ਲੱਗਣ ਲੱਗ ਗਿਆ। ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਟਵੀਟ ਕਰਕੇ ਇਹ ਗੱਲ ਕਹੀ ਸੀ ਕਿ ਜੇਕਰ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦਾ ਤਾਂ ਮੈਂ ਬਹੁਤ ਚੰਗਾ ਸੀ, ਤੇ ਹੁਣ ਜੇ ਮੈਂ ਕਾਂਗਰਸ ਦੇ ਵਿੱਚ ਹੀ ਰਹਿ ਗਿਆ ਤਾਂ ਮੈਂ ਮਾੜਾ ਹੋ ਗਿਆ। ਕਿਵੇਂ ਦੇਖਦੇ ਹੋ? ਬਿਲਕੁਲ ਜੀ, ਬਿਲਕੁਲ। ਮੈਂ ਤਾਂ ਉਹ ਪਹਿਲਾਂ ਹੀ ਇਸ ਗੱਲ ਦਾ ਜਵਾਬ ਦਿੱਤਾ ਕਿ ਨਵਜੋਤ ਸਿੱਧੂ ਨੂੰ ਆਪਣੇ ਵੱਲ ਖਿੱਚਣ ਵਾਸਤੇ ਹਰ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੇ ਅਖੀਰ ਤੱਕ, ਉਸ ਦੇ ਅੱਗੇ ਵਿਸ਼ਨ ਤੱਕ ਗਈ। ਆਹ ਸ਼ਬਦ ਮੈਂ ਸ਼ਾਇਦ ਬੜਾ ਕੁਝ ਹੋਰ ਤਰ੍ਹਾਂ ਦਾ ਵਰਤਿਆ, ਅਖੀਰ ਤੱਕ ਉਹ ਲੰਮੇ ਪੈ ਗਏ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ। ਔਰ ਉਹਦੇ ਵਿੱਚ ਉਸ ਵਕਤ ਤੱਕ ਤਾਂ ਨਵਜੋਤ ਸਿੱਧੂ ਬਹੁਤ ਹੀਰੋ ਆ, ਤਾਂ ਉਸ ਵਕਤ ਠੀਕ ਹੈ ਜੇ ਆ ਜਾਂਦਾ, ਪਰ ਨਵਜੋਤ ਸਿੱਧੂ ਨੇ ਆਪਣੀ ਪਾਰਟੀ ਛੱਡੀ ਨਹੀਂ, ਉਹ ਉਸੇ ਪਾਰਟੀ 'ਚ ਰਿਹਾ। ਤੇ ਕੁਦਰਤੀ ਤੌਰ ਤੇ ਉਹਦੀ ਪਾਰਟੀ ਵਿੱਚ ਰਹਿਣ ਕਰਕੇ ਜਿਹੜੀ ਇੱਕ ਖੌਫ ਦੀ ਸਥਿਤੀ ਆ, ਉਹ ਤਾਂ ਹੋਣੀ ਆ, ਅਕਾਲੀ ਦਲ ਵਾਲਿਆਂ ਵਾਸਤੇ ਵੀ, ਉਹਦੇ ਆਪਣਿਆਂ ਵਾਸਤੇ ਵੀ, ਤੇ ਆਮ ਆਦਮੀ ਪਾਰਟੀ ਵਾਸਤੇ ਵੀ। ਹੁਣ ਕਾਰਨ ਕੀ ਆ? ਕਿਉਂਕਿ ਇੱਕ ਨਵਜੋਤ ਸਿੰਘ ਸਿੱਧੂ ਦਾ ਹੀ ਇੱਕ ਅਜਿਹਾ ਚਿਹਰਾ ਆ, ਹੋਰ ਕਿਸੇ ਵੀ ਪਾਰਟੀ ਕੋਲ ਅਜਿਹਾ ਚਿਹਰਾ ਨਹੀਂ ਆ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਨੂੰ ਬਣਾ ਸਕਦਾ ਤੇ ਸਰਕਾਰ ਨੂੰ ਦੇਖ ਸਕਦਾ। ਇਹ ਗੱਲ 'ਚ ਕੋਈ ਦੋ ਰਾਇ ਨਹੀਂ ਆ। ਅੱਜ ਦੀ ਤਰੀਕ 'ਚ ਨਵਜੋਤ ਸਿੱਧੂ ਦੀ ਉਹ ਜਿਹੜੀ ਸਥਿਤੀ ਹੈ, ਉਹ ਸਿਚੁਏਸ਼ਨ ਹੈ ਕਿ ਉਹ ਕੋਈ ਵੀ 2022 ਦੀਆਂ ਚੋਣਾਂ ਦੇ ਵਿੱਚ ਜਿਹੜੀ ਵੀ ਸਰਕਾਰ ਬਣੂਗੀ, ਉਹਦੇ ਵਿੱਚ ਉਸਦੀ ਮੁੱਖ ਭੂਮਿਕਾ ਹੋਵੇਗੀ, ਜਿਸ ਵੀ ਪਾਰਟੀ 'ਚ ਜਾਂਦਾ। ਪਰ ਉਹ ਆਪਣੀ ਪਾਰਟੀ 'ਚ ਰਿਹਾ, ਕਾਂਗਰਸ 'ਚ ਰਿਹਾ, ਔਰ ਕਾਂਗਰਸ ਦੇ ਵਿੱਚ ਜਦੋਂ ਰਿਹਾ, ਔਰ ਕਾਂਗਰਸ ਹਾਈ ਕਮਾਨ ਨੇ ਉਹਦੇ ਉੱਤੇ ਪੂਰਨ ਤੌਰ ਤੇ ਭਰੋਸਾ ਪ੍ਰਗਟ ਕੀਤਾ। ਅੱਜ ਕਾਂਗਰਸ ਪਾਰਟੀ ਦੀ ਉਹ ਸਥਿਤੀ ਨਹੀਂ ਆ ਜਿਹੜੀ ਅੱਜ ਤੋਂ 4 ਮਹੀਨੇ ਪਹਿਲਾਂ ਸੀ। ਤਾਂ ਕੁਦਰਤੀ ਤੌਰ ਤੇ ਹੁਣ ਜਦੋਂ ਸਰਕਾਰ ਡਿੱਗਦੀ, ਸਰਕਾਰ ਜਾਂਦੀ, ਬੜੀਆਂ ਆਸਾਵਾਂ ਜਿਹੜੀਆਂ ਨੇ, ਇੱਛਾਵਾਂ ਜਿਹੜੇ ਨੇ ਆਮ ਆਦਮੀ ਪਾਰਟੀ ਨੇ ਵੀ ਸੋਚੀਆਂ ਸੀ, ਸ਼੍ਰੋਮਣੀ ਅਕਾਲੀ ਦਲ ਨੇ ਵੀ, ਉਹ ਤਾਂ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਅਜੇ ਵੀ ਸੁਪਨਿਆਂ ਦੇ ਵਿੱਚ ਚੱਲਦਾ ਪਿਆ ਆ। ਪਰ ਹੁਣ ਜਿਹੜੀ ਇੱਕ ਮਜ਼ਬੂਤ ਵਿਰੋਧੀ ਧਿਰ ਇਹਨਾਂ ਦੋਵਾਂ ਪਾਰਟੀਆਂ ਵਾਸਤੇ ਇੱਕ ਮਜ਼ਬੂਤ ਸ਼ਖਸੀਅਤ ਦੇ ਰੂਪ 'ਚ ਸਾਹਮਣੇ ਆਈ ਆ, ਉਹ ਨਵਜੋਤ ਸਿੱਧੂ ਆ। ਤਾਂ ਇਸ ਕਾਰਨ ਹੁਣ ਉਹਦੀਆਂ ਕਮੀਆਂ, ਉਹਦੇ ਇਹੋ ਜਿਹੇ ਕੰਮ ਜਿਹੜੇ ਲੱਭਣੇ ਕੁਦਰਤੀ ਤੌਰ ਤੇ ਲੱਭਣੇ ਨੇ, ਕਿਉਂਕਿ ਵਿਰੋਧੀਆਂ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਇਹਨੂੰ ਟਾਰਗੇਟ ਕਰਨਾ। ਪਰ ਗੱਲ ਅਸਲ 'ਚ ਹੈਗੀ ਕਿ ਟਾਰਗੇਟ ਨਵਜੋਤ ਸਿੱਧੂ ਨਹੀਂ ਹੋ ਰਿਹਾ। ਜੇਕਰ ਮਦਨ ਲਾਲ ਜਲਾਲਪੁਰੇ ਦੇ ਸੰਦਰਭ ਦੇ ਵਿੱਚ ਤੁਸੀਂ ਨਵਜੋਤ ਸਿੱਧੂ ਨੂੰ ਟਾਰਗੇਟ ਕਰਦੇ ਜੇ, ਤਾਂ ਟਾਰਗੇਟ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੋ ਨਾ।
ਕਿਉਂਕਿ 4.5 ਸਾਲ ਦਾ ਉਹਦੀ ਪੁਸ਼ਤ ਪੜਾਈ ਦੇ ਵਿੱਚ ਮਦਨ ਲਾਲ ਜਲਾਲਪੁਰੇ ਨੇ ਕੰਮ ਕੀਤੇ ਨੇ, ਜਾਂ ਰਾਣਾ ਗੁਰਜੀਤ ਦੀ ਗੱਲ ਕਰਦੇ, ਉਹ ਵੀ ਤਾਂ ਮੁੱਦਾ ਉਹੀ ਹੈ ਨਾ। ਪਹਿਲਾਂ ਜ਼ਿੰਮੇਵਾਰੀ ਤਾਂ ਜਿਹੜੀ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਖੁਦ ਤੇ ਵੀ ਸਵਾਲ ਖੜੇ ਹੁੰਦੇ ਆ, ਕਿਉਂਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਸੀ, ਤਾਂ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਦੀ ਭੂਮਿਕਾ ਸੀ ਤਾਂ ਉਹਨਾਂ ਨੇ ਉਹੋ ਜਿਹੀ ਭੂਮਿਕਾ ਜਿਹੜੀ ਨਿਭਾ ਹੀ ਨਹੀਂ ਸਕੇ ਆਮ ਆਦਮੀ ਪਾਰਟੀ ਵਾਲੇ, ਕਿ ਸਰਕਾਰ ਨੂੰ ਆਪਣੇ ਵਿਧਾਇਕਾਂ ਦੇ ਉੱਪਰ ਕਾਰਵਾਈ ਕਰਨ ਲਈ ਮਜਬੂਰ ਕਰ ਸਕੇ। ਜਾਂ ਤਾਂ ਫਿਰ ਤੁਹਾਡੇ ਕੋਲੇ ਸਿਰਫ ਇਲਜ਼ਾਮਬਾਜ਼ੀ ਵਾਲੀ ਗੱਲ ਹੈ। ਇਲਜ਼ਾਮਬਾਜ਼ੀ ਵੀ ਇਹਨਾਂ ਨੇ ਬਿਕਰਮ ਸਿੰਘ ਮਜੀਠੀਆ ਤੇ ਵੀ ਕੀਤੀ ਸੀ, ਨਸ਼ੇ ਦਾ ਤੱਕ ਸੁਦਾਗਰ ਤੱਕ ਦੱਸਿਆ ਸੀ, ਪੂਰੇ ਪੰਜਾਬ ਦੇ ਵਿੱਚ ਪੋਸਟਰ ਲਵਾ ਕੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਉੱਥੋਂ ਲੋਕਲ ਲੀਡਰ ਸੀਗੇ ਉਹਨਾਂ ਨੇ ਪੋਸਟਰ ਲਾਤੇ, ਆਪ ਮਾਫੀ ਮੰਗਿਆ ਤੇ ਉਹਨਾਂ ਦੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਤੇ ਅਕਾਲੀਆਂ ਦੇ ਨਾਲ ਦੁਸ਼ਮਣੀ ਪਵਾਤੀ। ਜਾਂ ਤਾਂ ਫਿਰ ਸਬੂਤ ਦਿਓ, ਜੇ ਤੁਹਾਡੇ ਕੋਲੇ ਸਬੂਤ ਹੈ ਤਾਂ ਪ੍ਰਦਰਸ਼ਨ ਹੀ ਇਸ ਤਰੀਕੇ ਦਾ ਕਰੋ, ਸਰਕਾਰ ਦੇ ਉੱਪਰ ਦਬਾਅ ਵੀ ਵਿਰੋਧੀ ਧਿਰ ਅਜਿਹਾ ਬਣਾ ਦੇਵੇ ਤਾਂ ਜੋ ਸਰਕਾਰ ਦੇ ਕੋਲ ਕੋਈ ਮੌਕਾ ਹੀ ਨਾ ਬਚੇ ਆਪਣੇ ਵਿਧਾਇਕ ਨੂੰ ਬਚਾਉਣ ਦਾ। ਜੇ ਫਿਰ ਤੁਹਾਡੇ ਕੋਲੇ ਕੁਝ ਹੈ ਹੀ ਨਹੀਂ ਤਾਂ ਫਿਰ ਜਿਹੜੀ ਖੋਖਲੀ ਰਾਜਨੀਤੀ ਕਰਦੇ ਕਿਉਂ? ਜੀ ਬਿਲਕੁਲ ਸੁਖਵਿੰਦਰ ਜੀ, ਬਹੁਤ ਵਧੀਆ ਤੁਸੀਂ ਇਹ ਪ੍ਰਸ਼ਨ ਕੀਤਾ ਔਰ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਤੁਸੀਂ ਬਖੂਬੀ ਵਰਣਨ ਕੀਤਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਿਚੁਏਸ਼ਨ ਉਹ ਕਿਹੋ ਜਿਹੀ ਆ। ਕਿ ਅਗਰ ਆਮ ਆਦਮੀ ਪਾਰਟੀ ਦਾ ਪਿਛਲੇ 4.5 ਜੇਕਰ ਅਸੀਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ 4.5 ਸਾਲ ਦੀ ਕਾਰਜਸ਼ੈਲੀ ਦੀ ਗੱਲ ਕਰਦੇ ਆ ਕਿ ਉਹ ਫੇਲ ਰਹੀ ਆ, ਧਿਆਨ ਨਾਲ ਮੇਰੀ ਗੱਲ ਸੁਣਾ ਕਿ ਅਸੀਂ ਇਹ ਗੱਲ ਕਹਿੰਦੇ ਕਿ ਉਹ ਫੇਲ ਰਹੀ ਹੈ ਸਰਕਾਰ ਜਿਹੜੀ ਹੈ, ਤੇ ਜਦੋਂ ਫਿਰ ਵਿਰੋਧੀ ਧਿਰ ਰਹੀ ਹੈ ਇਹ ਵੀ ਕਿਹੜੇ ਪੱਖ ਤੋਂ ਕਾਮਯਾਬ ਰਹੀ ਆ। ਵਿਰੋਧੀ ਪਾਰਟੀ ਦੇ ਆਪਣੇ ਬੌਕਰ ਦੇ ਜਿਹੜੇ ਤਿਲ ਹੀ ਉਹਨਾਂ ਨੂੰ ਸੰਭਾਲ ਨਹੀਂ ਸਕੀ, ਕਦੇ ਕੋਈ ਤੀਲਾ ਨਿਕਲ ਗਿਆ, ਕਦੇ ਕੋਈ ਤੀਲਾ ਨਿਕਲ ਗਿਆ, ਕਦੇ ਕੋਈ ਤੀਲਾ ਨਿਕਲ ਗਿਆ। ਤਾਂ ਉਹ ਕਿਹੜੀ ਭੂਮਿਕਾ ਆ ਜਿਹੜੀ ਆਮ ਆਦਮੀ ਪਾਰਟੀ ਨੇ ਬਤੌਰ ਵਿਰੋਧੀ ਪਾਰਟੀ ਵਜੋਂ ਵਿਧਾਨ ਸਭਾ ਦੇ ਵਿੱਚ ਨਿਭਾਈ ਹੋਵੇ? ਬਿਲਕੁਲ ਤੁਹਾਡਾ ਪ੍ਰਸ਼ਨ ਬਿਲਕੁਲ ਬਹੁਤ ਵਧੀਆ ਜਿਹੜਾ ਵਿਸ਼ਲੇਸ਼ਣ ਤੁਸੀਂ ਕੀਤਾ ਕਿ ਜਦੋਂ ਤੁਸੀਂ ਫਿਰ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਸੀ ਉਦੋਂ ਕਿਉਂ ਨਾ ਰੌਲਾ ਪਾਇਆ, ਉਦੋਂ ਸਰਕਾਰ ਦੇ ਉੱਤੇ ਪ੍ਰੈਸ਼ਰ ਕਿਉਂ ਨਾ ਬਣਾਇਆ ਕਿ ਇਹ ਜਿਹੜੇ ਬੰਦੇ ਨੇ ਇਹੋ ਜਿਹਾ ਕੰਮ ਕਰਦੇ ਪਏ ਆ, ਤੁਸੀਂ ਇਹਨਾਂ ਦੇ ਉੱਤੇ ਕੋਈ ਕਾਰਵਾਈ ਕਰੋ। ਇਹਦੇ ਨਾਲ ਤਾਂ ਫਿਰ ਚਲੋ ਕਹਿਣਾ ਨਹੀਂ ਚਾਹੀਦਾ, ਇਹਦੇ ਨਾਲ ਤਾਂ ਅਕਾਲੀ ਜਿਹੜੇ ਨੇ ਚੰਗੇ ਨੇ ਰੌਲਾ ਰੱਪਾ ਪਾਉਣ ਦੇ ਵਿੱਚ ਤਾਂ ਉਹ ਬਥੇਰੇ ਨੇ ਘੱਟੋ ਘੱਟ ਕਾਰਵਾਈ ਚੱਲਣ ਦੇ ਸੰਸਦ ਨਾਲ। ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਬੇਸ਼ੱਕ ਸੁਖਪਾਲ ਸਿੰਘ ਖਹਿਰਾ ਨੂੰ ਟਾਰਗੇਟ ਕਰਦੇ ਰਹੇ ਹੋਈਏ, ਫਿਰ ਆਮ ਆਦਮੀ ਪਾਰਟੀ ਨਾਲੋਂ ਤਾਂ ਇਕੱਲਾ ਸੁਖਪਾਲ ਸਿੰਘ ਖਹਿਰਾ ਹੀ ਚੰਗਾ ਸੀ ਜਿਹੜਾ ਇੱਕ ਮੰਤਰੀ ਨੂੰ ਲਾਂਭੇ ਤੱਕ ਕਰਾ ਗਿਆ ਰਾਣਾ ਗੁਰਜੀਤ ਸਿੰਘ। ਬਿਲਕੁਲ ਬਿਲਕੁਲ, ਘੱਟੋ ਘੱਟ ਤੁਸੀਂ ਆਪਣੀ ਸ਼ਖਸੀਅਤ ਦਾ ਆਧਾਰ ਇੰਨਾ ਕੁ ਬਣਾ ਲਓ। ਇਹ ਸੁਖਵਿੰਦਰ ਜੀ ਚਲੋ ਸਾਡੇ ਦਰਸ਼ਕ ਪਤਾ ਨਹੀਂ ਉਹ ਸਾਰੇ ਪਾਰਟੀਆਂ ਨਾਲ ਸੰਬੰਧਤ ਨਹੀਂ, ਸਾਨੂੰ ਇਹ ਕਿੰਤੂ ਪਰੰਤੂ ਸ਼ਾਇਦ ਨਾ ਕਰਨਾ ਪਏ, ਪਰ ਫਿਰ ਵੀ ਜਦੋਂ ਬੇਬਾਕੀ ਨਾਲ ਆਪਾਂ ਇਹ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਵੀ ਇਹਦੇ ਵਿਧਾਇਕਾਂ ਦੇ ਉੱਤੇ ਅੱਜ ਵੀ ਲੋਕਾਂ ਦਾ ਜਿਹੜਾ ਭਰੋਸਾ ਆ ਸੁਖਵਿੰਦਰ ਜੀ ਉਹ ਨਹੀਂ ਜੇ ਹੈਗਾ। ਪਤਾ ਨਹੀਂ ਕਿਹੜੇ ਵਿਧਾਇਕ ਨੇ ਕਿਸ ਵਕਤ ਪਲਟੀ ਮਾਰ ਕੇ ਕਿਹਦੀ ਕਾਰ 'ਚ ਬਹਿ ਜਾਣਾ, ਕਿਹਦੀ ਐਂਬੂਲੈਂਸ 'ਚ ਬਹਿ ਜਾਣਾ ਤੇ ਕਿਹਦੇ ਕੋਲ ਜਾ ਕੇ ਪਾਣੀ ਪੀ ਲੈਣਾ। ਮੈਂ ਇਸ ਇਸ਼ਾਰੇ 'ਚ ਗੱਲ ਕੀਤੀ ਆ ਫੁਲਕਾ ਸਾਹਿਬ ਜਦੋਂ ਸੀ, ਤਾਂ ਇਹਦੇ ਨਾਲ ਤਾਂ ਸੁਖਪਾਲ ਸਿੰਘ ਖਹਿਰੇ ਦੀ ਤੁਸੀਂ ਗੱਲ ਕਰਦੇ, ਚਲੋ ਘੱਟੋ ਘੱਟ ਬੋਲਿਆ ਤਾਂ ਸਹੀ ਬੰਦਾ। ਤੇ ਜੇਕਰ ਇਹੋ ਜਿਹੇ ਬੰਦੇ ਸੁਖਿੰਦਰ ਜੀ, ਚਲੋ ਸਾਡਾ ਸ਼ਾਇਦ ਵਿਸ਼ਾ ਦੂਜੇ ਬੰਨੇ ਜਾ ਰਿਹਾ, ਕਾਰਨ ਤੁਸੀਂ ਮੈਨੂੰ ਆਮ ਆਦਮੀ ਪਾਰਟੀ ਦੇ ਸੰਦਰਭ 'ਚ ਪ੍ਰਸ਼ਨ ਕੀਤਾ। ਪੂਰਨ ਤੌਰ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਜੋ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਨਹੀਂ ਨਿਭਾ ਸਕੀ। ਹੁਣ ਜਿਹੜੀ ਗੱਲ ਆ ਉਹ ਨਿੱਜੀ ਲੈਵਲ ਤੇ ਆ ਗਈ ਆ। ਹੁਣ ਨਿੱਜੀ ਲੈਵਲ ਤੇ ਕੋਈ ਵੀ ਦੋਸ਼ ਨਵਜੋਤ ਸਿੰਘ ਸਿੱਧੂ ਦੇ ਉੱਤੇ ਉਹਨਾਂ ਕੋਲ ਲਾਉਣ ਨੂੰ ਹੈ ਨਹੀਂ ਆ। ਹੁਣ ਇਹੋ ਜਿਹੇ ਦੋਸ਼ ਆ ਜੀ ਉਹ ਐਮਐਲਏ ਇਹ ਕੰਮ ਕਰਦਾ, ਉਹ ਐਮਐਲਏ ਉਹ ਕਰਦਾ, ਠੀਕ ਆ ਕਰਦਾ ਹੋਊਗਾ, ਜ਼ਰੂਰ ਕਰਦਾ ਹੋਊਗਾ, ਤੁਸੀਂ ਉਹਦੇ ਖਿਲਾਫ ਉਹਦੀ ਜ਼ਿੰਮੇਵਾਰੀ ਜਿਹੜੀ ਆ, ਅਗਰ ਵਿਧਾਇਕ ਕੋਈ ਕੰਮ ਕਰਦਾ ਉਹਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਆ ਔਰ ਉਸ ਤੋਂ ਇਲਾਵਾ ਸਪੀਕਰ ਦੀ ਆ, ਉਹਨੂੰ ਕਾਰਵਾਈ ਕਰਨ ਦਿਓ। ਹੁਣ ਪਾਰਟੀ ਪ੍ਰਧਾਨ ਜੇਕਰ ਇਹੋ ਜਿਹੀਆਂ ਗੱਲਾਂ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ 'ਚ ਬੜੇ ਬੰਦੇ ਇਹੋ ਜਿਹੇ ਨੇ। ਹੁਣ ਸੁਖਬੀਰ ਸਿੰਘ ਬਾਦਲ ਹੁਣ ਕਿਹਦੀ ਜ਼ਿੰਮੇਵਾਰੀ ਲੈਣਗੇ? ਆਮ ਆਦਮੀ ਪਾਰਟੀ ਦੀ ਅਗਰ ਗੱਲ ਕਰਦੇ ਜੇ ਤਾਂ ਇਹਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਬੜੀਆਂ ਨਿਕਲ ਸਕਦੀਆਂ ਨੇ। ਕਹਿਣ ਦਾ ਅਰਥ ਆ ਕਿ ਲੜਾਈ ਜਿਹੜੀ ਆ ਉਹ ਸਿਧਾਂਤ ਦੀ ਹੋਣੀ ਚਾਹੀਦੀ ਹੈ, ਲੜਾਈ ਮੁੱਦਿਆਂ ਦੀ ਹੋਣੀ ਚਾਹੀਦੀ ਆ। ਮਤਲਬ ਇਹ ਨਹੀਂ ਕਿ ਕੇਵਲ ਅਸੀਂ ਕਿਸੇ ਵਿਅਕਤੀ ਨੂੰ ਥੱਲੇ ਸੁੱਟਣਾ ਤਾਂ ਅਸੀਂ ਕਹਿ ਦੇਣਾ ਕਿ ਲੈ ਭਾਈ ਉਹ ਜਿਸ ਤਰ੍ਹਾਂ ਕੋਈ ਆਮ ਲੋਕ ਜਦੋਂ ਲੜਾਈ ਕਰਨੀ ਤੋਂ ਆਟਾ ਗੁੰਦਿਆ ਹਿਲਦੀ ਕਿਉਂ ਆ। ਕਹਿਣ ਦਾ ਅਰਥ ਇਹੋ ਹੀ ਆ। ਇਸ ਵਕਤ ਜਿਹੜੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਇਸ ਵੇਲੇ ਦੋ ਮੁੱਖ ਵਿਰੋਧੀ ਧਿਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ, ਦੋ ਚੀਮੇ ਜਿਹੜੇ ਇਕੱਠੇ ਹੋਏ ਨੇ ਉਹ ਇਹੋ ਹੀ ਗੱਲ ਕਰਦੇ ਪਏ ਨੇ। ਚਲੋ ਇੱਕ ਮੈਂ ਤੁਹਾਨੂੰ ਹੋਰ ਦੱਸ ਦਵਾਂ, ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੁਲਾਰਾ ਇੰਨੀ ਗੱਲ ਕਹਿ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਟਾਰਗੇਟ ਕਰ ਰਿਹਾ ਕਿ ਨਵਜੋਤ ਸਿੱਧੂ ਕਹਿੰਦਾ ਕਿ 3 ਰੁਪਏ ਬਿਜਲੀ ਯੂਨਿਟ ਅਸੀਂ ਦੇਵਾਂਗੇ। ਲਿਆਊਗਾ ਕਿੱਥੋਂ? ਨਵਜੋਤ ਸਿੰਘ ਸਿੱਧੂ ਕਿੱਥੋਂ ਲਿਆਊਗਾ? ਹੁਣ ਭਲਿਆ ਮਾਨਸਾ ਜੇ ਤੈਨੂੰ ਕੋਈ ਪ੍ਰਸ਼ਨ ਪੁੱਛਣ ਵਾਲਾ ਹੋਵੇ ਉਹ ਤਾਂ 3 ਰੁਪਏ ਯੂਨਿਟ ਅਗਲੀ ਸਰਕਾਰ ਵੇਲੇ ਲਿਆਏਗਾ। ਜੇ ਨਹੀਂ ਲਿਆਏਗਾ ਤਾਂ ਜਿਹੜਾ ਤੇਰੇ ਪ੍ਰਧਾਨ ਨੇ ਇਹ ਬਿਆਨ ਕੀਤਾ ਕਿ ਮੈਂ 400 ਯੂਨਿਟ ਫ੍ਰੀ ਦਾਂਗਾ, ਉਹ ਕਿੱਥੋਂ ਦੇ ਦੂਗਾ? ਪ੍ਰਸ਼ਨ ਤਾਂ ਇਹ ਹੈ ਨਾ, ਜੇ ਉਹ 3 ਰੁਪਏ ਯੂਨਿਟ ਕਿਤੋਂ ਲਿਆ ਕੇ ਦਊਗਾ ਤਾਂ ਤੁਸੀਂ ਉਹ ਤੇ ਪ੍ਰਸ਼ਨ ਕਰ ਰਹੇ ਜੇ ਉਹ ਕਿੱਥੋਂ ਲਿਆ ਕੇ ਦੇਗਾ, ਤਾਂ ਫਿਰ ਤਾਂ ਪ੍ਰਸ਼ਨ ਤੁਹਾਡੇ ਤੇ ਵੀ ਇਹ ਬਣ ਸਕਦਾ ਕਿ 400 ਰੁਪਏ ਜਿਹੜਾ 400 ਯੂਨਿਟ ਮਹੀਨੇ ਦਾ ਫ੍ਰੀ ਉਹ ਤੁਸੀਂ ਕਿੱਥੋਂ ਦੇਣਾ। ਕਹਿਣ ਦਾ ਅਰਥ ਹੈ ਕਿ ਕਈ ਵਾਰੀ ਅਸੀਂ ਇਹ ਜਿਹੜੇ ਖਾਸ ਤੌਰ ਤੇ ਬੁਲਾਰੇ ਅਸੀਂ ਪਾਰਟੀਆਂ ਨਿਯੁਕਤ ਕਰਦੀਆਂ ਨੇ ਇਹ ਜ਼ਿਆਦਾ ਹਵਾਈ ਗੱਲਾਂ ਹੁੰਦੀਆਂ ਨੇ ਕਿ ਜਿਹੜੀਆਂ ਆਪਾਂ ਉਸ ਪਰਸਨੈਲਿਟੀ ਨੂੰ ਟਾਰਗੇਟ ਕਰਦਾ
ਪਰ ਉਹ ਬੰਦਾ ਦੇਖੋ ਅੱਜ ਤੱਕ ਨਵਜੋਤ ਸਿੱਧੂ ਦੀ ਸ਼ਖਸੀਅਤ ਦੇ ਉੱਤੇ ਵਾਰ ਤਾਂ ਲੱਗਦਾ ਕਿ ਜੇਕਰ ਪਰਸਨਲ ਇਨਵੋਲਵ ਹੋਵੇ, ਪਰਸਨਲ ਤਾਂ ਹੈ ਹੀ ਨਿੱਜੀ ਤਾਂ ਹੈ ਨਹੀਂ ਜੀ। ਉਥੋਂ ਦੁਸਹਿਰੇ ਤੋਂ ਗੱਡੀ ਲੰਘ ਗਈ, ਬੰਦੇ ਮਾਰ ਗਏ, ਹਾਦਸਾ ਵਾਪਰ ਗਿਆ, ਬਿਲਕੁਲ ਬੜੀ ਉਹ ਦੁੱਖ ਦੀ ਗੱਲ ਹੈਗੀ ਆ। ਪਰ ਉਹ ਗੱਡੀ ਨਵਜੋਤ ਸਿੱਧੂ ਥੋੜਾ ਚਲਾਉਣ ਡਿਆ ਸੀ ਜਾਂ ਉਹਦੀ ਘਰ ਦੀ? ਨਵਜੋਤ ਸਿੰਘ ਸਿੱਧੂ ਤਾਂ ਪੰਜਾਬ ਦੇ ਵਿੱਚ ਵੀ ਹੈ ਨਹੀਂ ਸੀ, ਪੰਜਾਬ 'ਚ ਵੀ ਨਹੀਂ, ਉਹਦੀ ਘਰ ਦੀ ਗੱਡੀ ਲੰਘੀ, ਠੀਕ ਆ, ਹਾਦਸਾ ਕੀਤਾ। ਉਹੋ ਜਿਹੇ ਇੰਸੀਡੈਂਟ ਤਾਂ ਫਿਰ ਬਹੁਤ ਕੁਝ ਮਜੀਠੇ ਹਲਕੇ 'ਚ ਵੀ ਹੋਏ ਨੇ, ਉਹੋ ਜਿਹੇ ਮਜੀਠੇ ਹਲਕੇ 'ਚ ਵੀ ਹੋਏ ਨੇ, ਉਹ ਤਾਂ ਪੰਜਾਬ ਦੇ ਹੋਰ ਥਾਈਂ ਵੀ ਹੋਇਆ। ਅਣਖੀ ਸਾਹਿਬ, ਮੇਨ ਸਵਾਲ ਇਹ ਹੈ ਕਿ ਜਿਹੋ ਜਿਹੀਆਂ ਰਾਜਨੀਤੀ ਦੇ ਵਿੱਚ ਕੁਝੀਆਂ ਚਾਲਾਂ ਅਕਾਲੀ ਦਲ ਚੱਲ ਰਿਹਾ, ਜਿਵੇਂ ਤੁਸੀਂ ਕਿਹਾ ਵੀ ਦਲਜੀਤ ਸਿੰਘ ਚੀਮਾ ਹੋਰਾਂ ਨੇ ਇਲਜ਼ਾਮ ਲਾਇਆ ਜਾਂ ਫਿਰ ਆਮ ਆਦਮੀ ਪਾਰਟੀ ਨੇ ਲਾਇਆ, ਕੀ ਲੱਗਦਾ ਹੈ ਕਿ ਲੋਕਾਂ ਦੇ ਉੱਪਰ ਇਸ ਚੀਜ਼ ਦਾ ਅਸਰ ਹੋਊਗਾ ਜੋ ਸਾਰੀ ਅਸਲੀਅਤ ਨੂੰ ਜਾਣਦੇ ਨੇ? ਕੀ ਲੱਗਦਾ ਕਿ ਇਹ ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਛਵੀ ਨੂੰ ਖਰਾਬ ਕਰ ਸਕਦੇ ਆ? ਦੇਖੋ ਸੁਖਵਿੰਦਰ ਜੀ, ਮੈਂ ਇੱਕ ਗੱਲ ਕਹਾਂ, ਇਸ ਵੇਲੇ ਜਿਹੜੀਆਂ ਦੋ ਵਿਰੋਧੀ ਪਾਰਟੀਆਂ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹ ਪਹਿਲਾਂ ਹੀ ਇੱਕ ਹਾਰੀ ਹੋਈ ਲੜਾਈ ਲੜਦੇ ਪਏ ਨੇ। ਔਰ ਹਾਰੀ ਹੋਈ ਲੜਾਈ ਕਰਨ ਦਾ ਕਾਰਨ, ਮਤਲਬ ਮੈਂ ਸ਼ਬਦ ਕਿਉਂ ਵਰਤਿਆ, ਕਿਉਂਕਿ ਨਵਜੋਤ ਸਿੱਧੂ ਦਾ ਮੁਕਾਬਲਾ ਕਰਨ ਵਾਸਤੇ ਦੋਵਾਂ ਪਾਰਟੀਆਂ ਕੋਲ ਕੋਈ ਲੀਡਰ ਨਹੀਂ ਹੈਗਾ। ਸੁਖਬੀਰ ਬਾਦਲ ਤੇ ਲੋਕੀ ਵਿਸ਼ਵਾਸ ਨਹੀਂ ਕਰਦੇ, ਔਰ ਜਿਹੜੀ ਆਮ ਆਦਮੀ ਪਾਰਟੀ ਆ ਇਹ ਬਰਾਤ ਤੇ ਜਾ ਰਹੀ ਹੈ, ਪਰ ਲਾੜਾ ਇਹਨਾਂ ਕੋਲ ਹੈ ਨਹੀਂ, ਸਿਰੇ ਕਿਤੇ ਬੰਨਣ। ਸੋ ਇਸ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈਗਾ, ਲੋਕਾਂ ਨੇ 10 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਲਿਆ ਤੇ 5 ਸਾਲ 4.5 ਸਾਲ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦੇਖ ਲਿਆ ਕਿ ਇਹਨਾਂ ਦੀ ਸਿਚੁਏਸ਼ਨ ਐਜ਼ ਅ ਵਿਰੋਧੀ ਧਿਰ ਜਿਹੜੀਆਂ ਕਾਂਗਰਸ ਦੀਆਂ ਖਾਮੀਆਂ ਹੈਗੀਆਂ ਉਹ ਤਾਂ ਹੈਗੀਆਂ ਹੀ ਆ, ਜਿਹੜੀਆਂ ਕਾਂਗਰਸ ਦੀਆਂ ਖਾਮੀਆਂ ਹੈਗੀਆਂ ਉਹ ਤਾਂ ਲੋਕਾਂ ਦੇ ਸਾਹਮਣੇ ਜੱਗ ਜ਼ਾਹਿਰ ਹੈ। ਉਹਨਾਂ ਖਾਮੀਆਂ ਨੂੰ ਗਿਣਾ ਕੇ ਜਾਂ ਫਿਰ ਪਹਿਲਾਂ ਅਕਾਲੀ ਦਲ ਦੇ 10 ਸਾਲ ਗਿਣਾ ਕੇ ਆਮ ਆਦਮੀ ਪਾਰਟੀ ਜਿੱਤ ਨਹੀਂ ਪ੍ਰਾਪਤ ਕਰ ਸਕਦੀ। ਆਮ ਆਦਮੀ ਪਾਰਟੀ ਨੂੰ ਆਪਣੇ 4.5 ਸਾਲ ਦੇ ਕੰਮ ਜਿਹੜੇ ਵਿਰੋਧੀ ਧਿਰ ਦੇ ਅੰਦਰ ਰਹਿ ਕੇ ਉਹਨਾਂ ਨੇ ਕਰਨੇ ਸੀ, ਜਿਹੜੇ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਸਰਕਾਰ ਦੀਆਂ ਜਿਹੜੀਆਂ ਖਾਮੀਆਂ ਉਹਨਾਂ ਨੇ ਫੜਨੀਆਂ ਸੀ, ਉਹ ਵੀ ਪਰਫਾਰਮੈਂਸ ਬੜੇ ਵੱਡੇ ਪੱਧਰ ਤੇ ਆਧਾਰ ਰੱਖੂਗੀ ਕਿ ਜਿਹੜੇ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਸਰਕਾਰ ਤੋਂ ਬਾਹਰ ਰਹਿ ਕੇ ਕੁਝ ਕਰ ਨਹੀਂ ਸਕੇ, ਉਹ ਸਰਕਾਰ ਦੇ ਵਿੱਚ ਆ ਕੇ ਕੀ ਕਰ ਲੈਣਗੇ? ਜਿਨ੍ਹਾਂ ਨੂੰ ਵਿਰੋਧੀ ਧਿਰ ਨਹੀਂ ਚਲਾਉਣੀ ਆਈ, ਉਹ ਸਰਕਾਰ ਕਿੱਥੇ ਚਲਾ ਲੈਣਗੇ? ਵਿਰੋਧੀ ਧਿਰ ਤਾਂ ਬੜੀ ਦੂਰ ਤੱਕ ਸੁਖਵਿੰਦਰ ਜੀ ਤੁਸੀਂ ਗੱਲ ਕਰ ਰਹੇ, ਜਿੰਨਾ ਚਿਰ ਤੁਸੀਂ ਆਪਣੀ ਬੌਕਰ ਝਾੜੂ ਹੀ ਨਹੀਂ ਤੁਸੀਂ ਸਾਂਭ ਸਕੇ, ਝਾੜੂ ਤੀਲਾ ਹੋ ਗਿਆ। ਤੇ ਉਸ ਤਰੀਕੇ ਨਾਲ ਤੁਸੀਂ ਕੀ ਕਰਦਾ, ਠੀਕ ਆ, ਕਾਂਗਰਸ ਪਾਰਟੀ ਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਗਿਣਾਉਣਾ ਤੁਹਾਡਾ ਫਰਜ਼ ਆ, ਤੁਸੀਂ ਜ਼ਰੂਰ ਗਿਣਾਓ। ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਕੰਮ ਨਹੀਂ ਕੀਤੇ, ਲੋਕਾਂ ਨਾਲ ਗੱਲ ਇਹ ਹੈ ਨਾ, ਆਪਾਂ ਦਰਸ਼ਕਾਂ ਨੂੰ ਉਹੀ ਕਹਿ ਰਹੇ ਹਾਂ ਵੀ ਠੀਕ ਹੈ, ਤੁਸੀਂ ਕਮੀਆਂ ਨੂੰ ਗਿਣਾਓ, ਸਰਕਾਰ ਦੀਆਂ ਕਮੀਆਂ ਨੂੰ ਜੱਗ ਜ਼ਾਹਿਰ ਕਰੋ, ਜ਼ਿਆਦਾ ਫਿਰ ਤੁਹਾਡੇ ਕੋਲ ਸਬੂਤ ਵੀ ਕੋਈ ਹੋਣ। ਜੇ ਵਾਕਈ ਨਵਜੋਤ ਸਿੰਘ ਸਿੱਧੂ ਗਲਤ ਸੀ ਤਾਂ ਅੱਜ ਤੋਂ 1 ਹਫ਼ਤਾ ਪਹਿਲਾਂ, ਮਾਫ ਕਰਨਾ, ਜਾਂ 1 ਮਹੀਨਾ ਪਹਿਲਾਂ ਤੱਕ ਤੁਸੀਂ ਕਿਉਂ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਬੜਾ ਸੁਲਝਿਆ ਹੋਇਆ ਲੀਡਰ ਆ, ਬੜਾ ਨਵਜੋਤ ਸਿੰਘ ਸਿੱਧੂ ਇਮਾਨਦਾਰ ਲੀਡਰ ਆ? ਅੰਦਰੋਂ ਅੰਦਰ ਹੀ ਤੁਸੀਂ ਲੋਕਾਂ ਤੱਕ ਸੁਨੇਹੇ ਵੀ ਲਾਉਂਦੇ ਰਹੇ ਹੋ ਕਿ ਭਾਈ ਉਹਦਾ ਬਣਨਾ ਕੁਝ ਨਹੀਂ, ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਵੇ। ਐਡੀ ਛੇਤੀ ਨਵਜੋਤ ਸਿੰਘ ਸਿੱਧੂ ਨੂੰ ਕਿਹੜੀ ਗੱਲ ਹੋ ਗਈ? ਹਫ਼ਤੇ 2 ਹਫ਼ਤੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੇਈਮਾਨ ਕਿਵੇਂ ਹੋ ਗਿਆ? ਉਹ ਐਕਚੁਅਲੀ ਇੱਕ ਪਾਸੇ ਤਾਂ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਚੱਲਣ ਨਹੀਂ ਦੇਣੀ, ਇੱਕ ਪਾਸੇ ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਦੀ ਸਰਕਾਰ 'ਚ ਚੱਲਦੀ ਕੋਈ ਨਹੀਂ, ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦੇ ਵਿੱਚ ਆਧਾਰ ਕੋਈ ਨਹੀਂ, ਤਾਂ ਐਡੀ ਛੇਤੀ ਫਿਰ ਸਾਰੀਆਂ ਗਲਤੀਆਂ ਨਵਜੋਤ ਸਿੰਘ ਸਿੱਧੂ ਦੇ ਸਿਰ ਕਿਵੇਂ ਭੰਨੀਆਂ ਜਾ ਸਕਦੀਆਂ? ਜੀ ਅਸਲ ਸਥਿਤੀ ਜਿਹੜੀ ਆ ਸੁਖਵਿੰਦਰ ਜੀ, ਉਹ ਇਹ ਨਹੀਂ ਆ ਕਿ ਨਵਜੋਤ ਸਿੱਧੂ ਬੇਈਮਾਨ ਆ। ਮਤਲਬ ਅਸਲ ਸਥਿਤੀ ਤਾਂ ਇਹ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਪੂਰਨ ਤੌਰ ਤੇ ਠੀਕ ਤਰੀਕੇ ਨਾਲ ਨਿਭਾ ਨਹੀਂ ਸਕੇ। ਜਿਵੇਂ ਤੁਸੀਂ ਇੰਨੀ ਗੱਲ ਕਹੀ ਕਿ ਤੁਸੀਂ ਕਮੀਆਂ ਗਿਣਾਓ, ਨਵਜੋਤ ਸਿੱਧੂ ਆਪਣੀ ਸਰਕਾਰ 'ਚ ਰਹਿ ਕੇ ਆਪਣੀ ਸਰਕਾਰ ਦੀਆਂ ਕਮੀਆਂ ਗਿਣਾ ਰਿਹਾ, ਤੁਸੀਂ ਤਾਂ ਉਹ ਵੀ ਨਹੀਂ ਕਰ ਸਕੇ। ਤੁਸੀਂ ਤਾਂ ਕੇਵਲ ਆਪਣੇ ਵਿਧਾਇਕਾਂ ਨੂੰ ਸਿੱਧੂ ਪਾਰਟੀ ਦੇ ਵਿੱਚ ਰਹਿ ਕੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰੈਸ਼ਰ ਬਣਾ ਗਿਆ, ਨਾਲੇ ਉਹ ਕੱਲਾ ਸੀ, ਸਾਰੀ ਪਾਰਟੀ ਉਹਦੇ ਖਿਲਾਫ ਸੀ, ਬੇਸ਼ੱਕ ਅੱਜ ਐਮਐਲਏ ਉਹਦੇ ਆਲੇ ਦੁਆਲੇ ਘੁੰਮਦੇ ਹੋਣ, ਕੱਲੇ ਨੇ ਰਹਿ ਕੇ, ਨਾਲੇ ਉਹਨੂੰ ਡਰ ਸੀ ਪਾਰਟੀ ਚੋਂ ਕੱਢਣ ਦਾ, ਕੱਲੇ ਨੇ ਰਹਿ ਕੇ ਮੁੱਖ ਮੰਤਰੀ ਤੇ ਪ੍ਰੈਸ਼ਰ ਬਣਾਤਾ, ਹਾਈ ਕਮਾਨ ਤੇ ਪ੍ਰੈਸ਼ਰ ਬਣਾਤਾ। ਇਹ 20-22 ਸੀਗੇ, ਪਹਿਲਾਂ ਤਾਂ ਇਹਨਾਂ ਤੋਂ 20-22 ਸਾਂਭੇ ਨਹੀਂ ਗਏ, ਫਿਰ ਜਿਹੜੇ ਰਹਿ ਗਏ 5-7 ਉਹਨਾਂ ਤੋਂ ਪ੍ਰੈਸ਼ਰ ਮੁੱਖ ਮੰਤਰੀ ਤੇ ਬਣਿਆ ਕੋਈ ਨਹੀਂ। ਜੀ ਇਹੋ ਹੀ ਕਾਰਨ ਆ ਸੁਖਵਿੰਦਰ ਜੀ, ਇਹੋ ਹੀ ਕਾਰਨ ਆ ਜੋ ਕੁਝ ਬਿਆਨਬਾਜ਼ੀ ਜਿਹੜੀ ਸੌੜੀ ਰਾਜਨੀਤੀ ਹੋ ਰਹੀ, ਇਹੋ ਹੀ ਕਾਰਨ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇਕਰ ਨਵਜੋਤ ਸਿੱਧੂ ਵਰਗਾ ਬੰਦਾ ਇੰਨੇ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਰਗੇ ਤਗੜੇ ਥੰਮ ਨੂੰ ਦੇਖਣ 'ਚ ਕਾਮਯਾਬ ਹੋ ਗਿਆ, ਪੰਜਾਬ ਦੇ ਲੋਕਾਂ ਦੇ ਵਿੱਚ ਉਹਨੇ ਆਪਣੀ ਸਥਿਤੀ ਬਣਾ ਲਈ, ਕਾਂਗਰਸ ਹਾਈ ਕਮਾਨ ਸਾਰਿਆਂ ਰੋਸਾਂ ਨੂੰ, ਸਾਰੇ ਸ਼ਿਕਵੇ ਸ਼ਿਕਾਇਤਾਂ ਨੂੰ ਸਾਈਡ ਤੇ ਰੱਖ ਕੇ, ਸਾਰੇ ਵਿਰੋਧਾਂ ਦੇ ਬਾਵਜੂਦ ਨਵਜੋਤ ਸਿੱਧੂ ਨੂੰ ਉਹਦੀ ਮਰਜ਼ੀ ਨਾਲ ਪੰਜਾਬ ਸੂਬਾ ਕਾਂਗਰਸ ਪ੍ਰਧਾਨਗੀ ਪਦ ਦੇ ਦਿੱਤਾ। ਦੂਜੇ ਪਾਸੇ ਪੰਜਾਬ ਦੇ ਜਿਹੜੇ ਲੋਕ ਨੇ ਉਹਦੇ ਵਿੱਚ ਉਸ ਦੀ ਇੱਕ ਵੱਖਰੀ ਇਮੇਜ, ਜਿਹੜੀ ਵੱਖਰੀ ਪਹਿਚਾਣ ਬਣ ਰਹੀ ਆ, ਤਾਂ ਫਿਰ ਇਸ ਪਹਿਚਾਣ ਸਦਕਾ ਕੀ ਕੱਲ ਨੂੰ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਦੁਬਾਰਾ ਲਿਆਉਣ ਦੇ ਸਮਰੱਥ ਹੈਗਾ? ਇਹ ਜਿਹੜਾ ਡਰ ਆ,
ਇਹ ਇਹਨਾਂ ਪਾਰਟੀਆਂ ਨੂੰ ਜਿਹੜਾ ਉਹ ਲੱਗਦਾ ਪਿਆ, ਕਿਉਂਕਿ ਹੋਰ ਕੋਈ ਵੀ ਸ਼ਖਸੀਅਤ ਜਿਹੜੀ ਆ ਉਹ ਉਹਨਾਂ ਕੋਲ ਨਹੀਂ ਹੈਗੀ। ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣੀ ਹੁੰਦੇ ਤਾਂ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਪਾਰਟੀ ਇਸ ਤਰੀਕੇ ਨਾਲ ਅਗਰੈਸਿਵ ਹੋ ਕੇ ਕੋਈ ਪ੍ਰੈਸ ਕਾਨਫਰੰਸ ਕਰਦੀ ਜਿਸ ਤਰੀਕੇ ਨਾਲ ਅੱਜ ਕੀਤਾ। ਇਹ ਜਿਹੜੀ ਪ੍ਰੈਸ ਕਾਨਫਰੰਸ ਆ ਦੇਖੋ ਕੇਵਲ ਨਵਜੋਤ ਸਿੱਧੂ ਦੇ ਖਿਲਾਫ। ਅੱਜ ਇੱਕ ਮੈਂ OTV ਦੇਖ ਰਿਹਾ ਸੀ, ਨਿਊਜ਼ ਦੇਖ ਰਿਹਾ ਸੀ, ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਰਗ ਜਿਹੜੇ ਹੈਗੇ ਨੇ, ਯੂਥ ਵਿੰਗ ਦੇ ਬੰਦੇ ਕਿਸਾਨਾਂ ਦੇ ਹੱਕ 'ਚ ਗੱਲ ਕਰਨ ਗਏ ਆ ਤਾਂ ਉੱਥੇ ਜਿਹੜਾ ਵਿਰੋਧ ਆ ਉਹ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ। ਕਹਿਣ ਦਾ ਅਰਥ ਹੈ ਕਿ ਜੋ ਵੀ ਮਰਜ਼ੀ ਗੱਲਬਾਤ ਹੋ ਜੇ ਅਸੀਂ ਨਵਜੋਤ ਸਿੱਧੂ ਨੂੰ ਟਾਰਗੇਟ ਤੇ ਰੱਖਣਾ ਹੀ ਰੱਖਣਾ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ, ਚਾਹੇ ਹੋਰ ਵੀ ਪਾਰਟੀ। ਈਵਨ ਕਿ ਤੁਸੀਂ ਤਾਂ ਇਹ ਵੀ ਗੱਲ ਵੇਖੋ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਮਜਬੂਰੀ ਆ ਕਿ ਉਹ ਹੁਣ ਨਵਜੋਤ ਸਿੱਧੂ ਦੇ ਖਿਲਾਫ ਬੋਲ ਨਹੀਂ ਸਕਦੇ, ਨਹੀਂ ਤਾਂ ਉਹ ਵੀ ਉਹਨਾਂ ਦੇ ਨਿਸ਼ਾਨੇ ਤੇ ਆਏ ਹੁੰਦੇ। ਸੋ ਕਹਿਣ ਦਾ ਅਰਥ ਹੈ ਕਿ ਇਹ ਜਿਹੜੀ ਰਾਜਨੀਤੀ ਹੈ ਕੇਵਲ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਇਹਨਾਂ ਪਾਰਟੀਆਂ ਨੂੰ ਆਪਣੇ ਪੈਰਾਂ ਤੋਂ ਹੇਠੋਂ ਜਿਹੜੀ ਧਰਤ ਆ ਉਹ ਖੁੱਸਦੀ ਪ੍ਰਤੀਤ ਹੁੰਦੀ ਹੈ। ਮੈਂ ਤੁਹਾਨੂੰ ਅੱਜ ਵੀ ਇਹ ਗੱਲ ਆਪਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੋ ਕੁਝ ਆਮ ਆਦਮੀ ਪਾਰਟੀ ਦੀ ਸਥਿਤੀ 2017 ਦੇ ਵਿੱਚ ਸੀ, ਅੱਜ ਉਹ ਸਥਿਤੀ ਸੁਖਵਿੰਦਰ ਜੀ ਨਹੀਂ ਜੀ ਹੈਗੀ, ਕਿਉਂਕਿ 10 ਸਾਲ ਹੋ ਚਲੇ ਨੇ ਜਾਂ 22 ਚ ਹੁਣ ਥੋੜਾ ਟਾਈਮ ਰਹਿ ਗਿਆ। ਅਜੇ ਤੱਕ ਤੁਹਾਨੂੰ ਇੱਕ ਕੋਈ ਲਾੜਾ ਜਿਹੜਾ ਉਹ ਤਿਆਰ ਨਹੀਂ ਬਣ ਲੱਭਿਆ। ਬਰਾਤ ਤੁਹਾਡੀ ਜਿਹੜੀ ਹਮੇਸ਼ਾ 117 ਦੀਆਂ 17 ਸੀਟਾਂ ਵਾਲੀ ਬੱਸ ਆ, 2 ਬੱਸਾਂ 52 ਇੱਕ ਸੀਟ ਬੱਸ ਚ ਹੁੰਦੀਆਂ ਨੇ ਸੀਟਾਂ, ਤੇ 2 ਬੱਸਾਂ ਭਰ ਦਿੰਦੇ ਨੇ 117 ਦੇ ਨਾਲ, ਪਰ ਲਾੜਾ ਇਹਨਾਂ ਕੋਲ ਹੈ ਨਹੀਂ। ਲਾੜੇ ਦੀ ਡੀਕ ਦੇ ਵਿੱਚ ਹੀ ਪਿਛਲੀ ਵਾਰੀ 55 ਸੀਟਾਂ ਦਾ 70 ਸੀਟਾਂ ਦਾ ਦਾਅਵਾ ਕਰਦੇ ਸੀ, ਇੰਨੀ ਹਵਾ ਹਨੇਰੀ ਦੇ ਬਾਵਜੂਦ ਇਹ 22 ਤੇ ਜਾ ਕੇ ਟਿਕੀ। ਤੇ ਹੁਣ ਜਿਹੜੀ ਸਥਿਤੀ ਹੈ, ਹੁਣ ਤਾਂ ਸਥਿਤੀ ਇਹ ਵਿਰੋਧੀ ਧਿਰ ਦੀ ਭੂਮਿਕਾ ਵੀ ਠੀਕ ਤਰੀਕੇ ਨਾਲ ਨਹੀਂ ਨਿਭਾ ਸਕੇ, ਤਾਂ ਫਿਰ ਜੋ 2022 ਦੀਆਂ ਚੋਣਾਂ 'ਚ ਜੋ ਅਸਰ ਹੋਵੇਗਾ ਉਹ ਤਾਂ ਪੰਜਾਬ ਦੇ ਲੋਕਾਂ ਨੇ ਵੇਖਣਾ ਕਿ ਕਿਸ ਨੂੰ ਕਰਨਾ ਜਾਂ ਕਿਸ ਨੂੰ ਨਹੀਂ ਕਰਨਾ। ਪਰ ਇਹ ਜਿਹੜੀ ਅੱਜ ਅਸੀਂ 2 ਗੱਲਾਂ ਕੀਤੀਆਂ ਨੇ ਕਿ ਜਿੱਥੇ ਕਾਂਗਰਸ ਪਾਰਟੀ ਨੇ 4.5 ਸਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਲੋਕ ਮੁੱਦਿਆਂ ਨੂੰ ਹੱਲ ਨਹੀਂ ਕੀਤਾ, ਜਿਸ ਕਰਕੇ ਕਾਂਗਰਸ ਪਾਰਟੀ ਦਾ ਗ੍ਰਾਫ ਥੱਲੇ ਗਿਆ, ਉਹਦੇ ਨਾਲ ਹੀ ਨਾਲ ਆਮ ਆਦਮੀ ਪਾਰਟੀ ਨੇ ਵੀ ਆਪਣੀ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਉਹ ਠੀਕ ਤਰੀਕੇ ਨਾਲ ਨਹੀਂ ਨਿਭਾਈ ਜੋ ਨਿਭਾਉਣੀ ਚਾਹੀਦੀ ਸੀ। ਹਾਂ, ਹੁਣ ਜੇਕਰ ਨਵਜੋਤ ਸਿੱਧੂ ਆਇਆ ਔਰ ਕਾਂਗਰਸ ਪਾਰਟੀ ਦੀ ਸਥਿਤੀ ਬਦਲਦੀ ਪਈ ਆ, ਦਬਾਅ ਦੀ ਰਾਜਨੀਤੀ ਤਹਿਤ ਕਾਂਗਰਸ ਪਾਰਟੀ ਔਰ ਮੁੱਖ ਮੰਤਰੀ ਤੇ ਦਬਾਅ ਪਾਇਆ ਜਾ ਰਿਹਾ ਕੰਮ ਕਰਨ ਦਾ, ਔਰ ਮੁੱਖ ਮੰਤਰੀ ਵੱਲੋਂ ਉਹ ਕੰਮਾਂ ਨੂੰ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ ਇਹ ਅਜੇ ਬਾਅਦ 'ਚ ਪਤਾ ਲੱਗੇਗਾ। ਪਰ ਜੋ ਸਾਹਮਣੇ ਦਿਖਾਈ ਦੇ ਰਿਹਾ ਉਹਦੇ ਅਨੁਸਾਰ ਨਵਜੋਤ ਸਿੱਧੂ ਦਾ ਆਲੋਚਨਾ ਕਰਨ ਦੀ ਬਜਾਏ ਨਵਜੋਤ ਸਿੱਧੂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।